हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਹਿਸਟਰੀ ਪ੍ਰਾਚੀਨ ਭਾਰਤੀ ਇਤਿਹਾਸ ਹੈ ਜਿਹੜਾ ਆਪਾਂ ਸਟਾਰਟ ਕਰਿਆ ਹੋਇਆ। ਟੌਪਿਕ 6ਵਾਂ ਅਤੇ ਮੌਰੀਆ ਸਾਮਰਾਜ ਆਪਣੇ ਟੌਪਿਕ ਦਾ ਨਾਮ ਹੈ। ਇਸ ਤੇ 17ਵਾਂ ਭਾਗ ਇਸ ਨਾਲ ਸੰਬੰਧਿਤ ਅੱਗੇ ਜੋ ਵੀ ਪ੍ਰਸ਼ਨ ਉੱਤਰ ਨੇ ਉਹ ਲੈ ਕੇ ਆਏ ਹਾਂ। ਇਸ ਟੌਪਿਕ ਤੇ ਜਿੰਨੇ ਵੀ MCQ ਪ੍ਰਸ਼ਨ ਉੱਤਰ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵਾਲੇ ਭਾਗ ਨਹੀਂ ਰੀਡ ਕੀਤੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ, ਉੱਥੇ ਜਾ ਕੇ ਜ਼ਰੂਰ ਰੀਡ ਕਰ ਲਿਓ। बाकी डेली क्लास की अपडेट तो समय सिर मिलती रहे। चैनल में सबसक्राइब तो बैल आइकन आल ते प्रेस करना ना भूलना। तो स्टार्ट करते हैं जी अगले MCQ प्रश्न उत्तर। तो प्रश्न नंबर 51 तो स्टार्ट करांगे। भारत विच पहले हस्पताल या औषधि बाग, तो पहला हस्पताल जिहड़ा औषधि बाग भी कहा जाता सी, ते जरूर याद रखियो, कन्फ्यूज़ करने वास्ते हो सकता औषधि बाग है जिहड़ा वो क्वेश्चन दे विच पा दिता जाए, क्योंकि हस्पताल तो आपां समझ जाने आ। औषधि बाग ਜਾਂ ਅੰਸਦੀ ਬਾਗ ਹੈ ਜਿਹੜਾ ਇਹਦੇ ਬਾਰੇ ਨਹੀਂ ਪਤਾ ਹੁੰਦਾ ਤਾਂ ਹਸਪਤਾਲ ਨੂੰ ਕਿਹਾ ਜਾਂਦਾ ਸੀ। ਇਹਦਾ ਨਿਰਮਾਣ ਹੈ ਜਿਹੜਾ ਕਿਸ ਨੇ ਕਰਵਾਇਆ ਸੀ, ਕਿਹੜੇ ਰਾਜੇ ਦੁਆਰਾ ਕਰਵਾਇਆ ਗਿਆ ਸੀ? ਹਰਸ਼ਵਰਧਨ, ਅਸ਼ੋਕ, ਗੌਤਮ ਬੁੱਧ ਜਾਂ ਫਿਰ ਕਨਿਸ਼ਕ ਨੇ। ਤਾਂ ਭਾਰਤ ਦੇ ਵਿੱਚ ਪਹਿਲੇ ਹਸਪਤਾਲ ਜਾਂ ਔਸ਼ਧੀ ਦਾ ਜਿਹੜਾ ਔਸ਼ਧੀ ਬਾਗ ਦਾ ਨਿਰਮਾਣ ਹੈ ਉਹ ਰਾਜੇ ਅਸ਼ੋਕ ਦੇ ਦੁਆਰਾ ਕਰਵਾਇਆ ਗਿਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਭਾਰਤ ਦਾ ਸਭ ਤੋਂ ਵੱਡਾ ਸਾਮਰਾਜ ਕਿਹੜਾ ਸੀ? ਸੁੰਗ ਸਾਮਰਾਜ, ਵਰਧਨ ਸਾਮਰਾਜ, ਗੁਪਤ ਸਾਮਰਾਜ ਜਾਂ ਫਿਰ ਮੌਰੀਆ ਸਾਮਰਾਜ। ਤਾਂ ਇਸ ਤੋਂ ਪਹਿਲਾਂ ਵੀ ਆਪਾਂ ਕੁਐਸਚਨ ਪੜ੍ਹ ਕੇ ਹਟੇ ਹਾਂ। ਤਾਂ ਭਾਰਤ ਦਾ ਸਭ ਤੋਂ ਵੱਡਾ ਸਾਮਰਾਜ ਸੀ ਜਿਹੜਾ ਉਹ ਮੌਰੀਆ ਸਾਮਰਾਜ ਸੀਗਾ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਸੋ ਚੰਦਰਗੁਪਤ ਮੌਰੀਆ ਇਹਨਾਂ ਦਾ ਪਹਿਲਾ ਸ਼ਾਸਕ ਹੋਇਆ ਸੀ, ਫਿਰ ਬਿੰਦੂਸਾਰ ਹੋਇਆ ਸੀ, ਫਿਰ ਰਾਜਾ ਅਸ਼ੋਕ ਹੋਇਆ ਸੀ। ਹੇਠਾਂ ਦਿੱਤੇ ਵੰਸ਼ਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਵੰਸ਼ ਕਿਹੜਾ ਹੈ? ਗੁਪਤ, ਮੌਰੀਆ, ਤਾਂ ਇੱਥੇ ਦੋ ਵਾਰੀ ਗੁਪਤ ਆਇਆ, ਜਾਂ ਵਰਧਨ। ਤਾਂ ਸਭ ਤੋਂ ਪੁਰਾਣਾ ਵੰਸ਼ ਹੈ ਜਿਹੜਾ ਉਹ ਮੌਰੀਆ ਵੰਸ਼ ਹੈ, ਅਤੇ ਸਭ ਤੋਂ ਵੱਡਾ ਸਾਮਰਾਜ ਵੀ ਜਿਹੜਾ ਮੌਰੀਆ ਸਾਮਰਾਜ ਹੈ। ਮੌਰੀਆ ਸਾਮਰਾਜ ਦੀ ਜਾਣਕਾਰੀ ਦੇ ਮੁੱਖ ਸੋਮੇ ਕਿਹੜੇ ਸੀ? ਅਰਥ ਸ਼ਾਸਤਰ, ਇੰਡਿਕਾ, ਮੁਦਰਾ ਰਾਖਸ਼ ਜਾਂ ਉਪਰੋਕਤ ਸਾਰੇ। ਤਾਂ ਇਹ ਤਿੰਨੋਂ ਮੌਰੀਆ ਸਾਮਰਾਜ ਦੀ ਜੋ ਜਾਣਕਾਰੀ ਦਿੰਦੇ ਸੀ ਮਹੱਤਵਪੂਰਨ ਸੋਮੇ ਸੀ। ਆਪਸ਼ਨ ਸੱਸਾ। ਸੋ ਇਹ ਪੁਸਤਕਾਂ ਦੇ ਨਾਮ ਨੇ। ਆਪਾਂ ਪਹਿਲਾਂ ਕੁਐਸਚਨ ਕਰਕੇ ਆਏ, ਸਾਰਨੀ ਵੀ ਕਰਕੇ ਆਏ ਹਾਂ ਕਿ ਕਿਹਨੇ ਕਿਹੜੀ ਜਿਹੜੀ ਪੁਸਤਕ ਉਹ ਲਿਖੀ ਸੀ। ਜਿਵੇਂ ਇੰਡਿਕਾ ਸੀ ਮੈਕਸਥਨੀਜ਼ ਨੇ ਲਿਖੀ ਸੀ। ਤਾਂ ਉਪਰੋਕਤ ਸਾਰੇ ਸਾਡਾ ਰਾਈਟ ਆਨਸਰ ਆਏਗਾ। ਸਾਂਚੀ ਦਾ ਸਤੂਪ ਕਿਸ ਧਰਮ ਦੀ ਮੂਰਤੀ ਕਲਾ ਦੀ ਪੇਸ਼ਕਾਰੀ ਹੈ? ਜੈਨ, ਬੁੱਧ, ਈਸਾਈ ਜਾਂ ਫਿਰ ਮੁਸਲਿਮ ਦੀ। ਤਾਂ ਜਿਹੜਾ ਸਾਂਚੀ ਦਾ ਸਤੂਪ ਹੈ ਇਹ ਬੁੱਧ ਧਰਮ ਦੀ ਮੂਰਤੀ ਕਲਾ ਦੀ ਪੇਸ਼ਕਾਰੀ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਹੜੇ ਸ਼ਿਲਾਲੇਖਾਂ ਵਿੱਚ ਅਸ਼ੋਕ ਦੀ ਕਲਿੰਗ ਦੀ ਜਿੱਤ ਦਾ ਜਿਹੜਾ ਵਰਣਨ ਹੈ? ਨੀਚੇ 4 ਸ਼ਿਲਾਲੇਖ ਦਿੱਤੇ ਨੇ। ਤਾਂ ਇਹ ਵਰਣਨ ਹੈ ਜੀ ਆਪਸ਼ਨ ਊੜਾ ਸ਼ਿਲਾਲੇਖ 13ਵੇਂ ਦੇ ਵਿੱਚ, ਕਿਉਂਕਿ ਇੱਥੋਂ ਤੱਕ ਹੈ ਜਿਹੜਾ ਇਹ 10ਵਾਂ ਬਣ ਜਾਂਦਾ, ਫਿਰ 11ਵਾਂ, 12ਵਾਂ, 13ਵਾਂ। ਇਸ ਕਰਕੇ ਜਿਵੇਂ ਇਹ ਸ਼ਿਲਾਲੇਖ ਜਿਹੜਾ 14ਵਾਂ ਦਿੱਤਾ, ਇਹ 12ਵਾਂ ਦਿੱਤਾ, ਇਹ 11ਵਾਂ ਦਿੱਤਾ। ਤਾਂ ਆਪਣਾ ਆਨਸਰ ਜਿਹੜਾ ਊੜਾ ਬਣੇਗਾ। ਸ਼ਿਲਾਲੇਖ 13 ਦੇ ਵਿੱਚ ਅਸ਼ੋਕ ਦੀ ਕਲਿੰਗ ਦੀ ਜਿੱਤ ਦਾ ਜਿਹੜਾ ਵਰਣਨ ਹੈ ਉਹ ਮਿਲਦਾ। ਅਸ਼ੋਕ ਨੇ ਕਲਿੰਗ 'ਤੇ ਜਿੱਤ ਜਿਹੜੀ ਕਦੋਂ ਪ੍ਰਾਪਤ ਕੀਤੀ ਸੀ? ਕਿਹੜੇ ਈਅਰ ਦੇ ਵਿੱਚ? 262 ਤੋਂ 261, 273, 276 ਜਾਂ 265 ਈਸਵੀ ਪੂਰਵ ਦੇ ਵਿੱਚ। ਤਾਂ ਰਾਜਾ ਅਸ਼ੋਕ ਸੀ ਜਿਹੜਾ, ਤਾਂ ਇਸ ਨੇ ਕਲਿੰਗ 'ਤੇ ਜਿਹੜੀ ਜਿੱਤ ਸੀ 262 61 ਈਸਵੀ ਪੂਰਵ ਦੇ ਵਿੱਚ ਪ੍ਰਾਪਤ ਕੀਤੀ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਹੜੀ ਲੜਾਈ ਤੋਂ ਬਾਅਦ ਅਸ਼ੋਕ ਨੇ ਦਿਗਵਿਜੇ ਦੀ ਥਾਂ ਧਰਮ ਵਿਜੇ ਦਾ ਸਿਧਾਂਤ ਸੀ ਜਿਹੜਾ ਅਪਣਾਇਆ ਸੀ? ਪੰਜਾਬ, ਮਗਧ, ਉਜੈਨ ਜਾਂ ਫਿਰ ਕਲਿੰਗ ਦੀ ਜਿੱਤ ਤੋਂ ਬਾਅਦ। ਤਾਂ ਅਸ਼ੋਕ ਨੇ ਜਿਹੜਾ ਕਲਿੰਗ ਦੀ ਜਿੱਤ ਤੋਂ ਬਾਅਦ ਦਿਗਵਿਜੇ ਦੀ ਥਾਂ 'ਤੇ ਧਰਮ ਵਿਜੇ ਸਿਧਾਂਤ ਸੀ ਜਿਹੜਾ ਅਪਣਾਇਆ ਸੀ। ਸੋ ਕਲਿੰਗ 'ਤੇ ਜਿੱਤ ਆਪਾਂ ਪੜ੍ਹ ਕੇ ਆਏ ਹਾਂ 262 61 ਈਸਵੀ ਪੂਰਵ ਦੇ ਵਿੱਚ ਅਸ਼ੋਕ ਦੇ ਦੁਆਰਾ ਕਲਿੰਗ 'ਤੇ ਜਿੱਤ ਹੈ ਜਿਹੜੀ ਪ੍ਰਾਪਤ ਕੀਤੀ ਗਈ ਸੀ। ਇਸ ਤੋਂ ਇਲਾਵਾ ਕਲਿੰਗ ਦੀ ਜਿੱਤ ਦਾ ਜਿਹੜਾ ਵਰਣਨ ਹੈ 13ਵੇਂ ਸ਼ਿਲਾਲੇਖ ਦੇ ਵਿੱਚ ਮਿਲਦਾ ਹੈ। ਸੋ ਜ਼ਰੂਰ ਯਾਦ ਰੱਖਿਓ, ਤਿੰਨੇ ਇੰਪੋਰਟੈਂਟ ਕੁਐਸਚਨ ਨੇ।
ਅਸ਼ੋਕ ਕਿਹੜੇ ਭਿਕਸ਼ੂ ਤੋਂ ਪ੍ਰਭਾਵਿਤ ਹੋ ਕੇ ਬੁੱਧ ਧਰਮ ਦੇ ਵਿੱਚ ਸ਼ਾਮਲ ਹੋਏ ਸੀ? ਉਪਗੁਪਤ, ਅਸ਼ਵ ਘੋਸ਼, ਵਸ਼ੂਮਿੱਤਰ ਜਾਂ ਫਿਰ ਹਿਊਨ ਸਾਂਗ। ਤਾਂ ਇਹ ਭਿਕਸ਼ੂ ਸੀਗਾ ਜਿਹੜਾ ਜੀ ਉਹ ਉਪਗੁਪਤ ਸੀਗਾ, ਜਿੱਥੋਂ ਰਾਜਾ ਅਸ਼ੋਕ ਪ੍ਰਭਾਵਿਤ ਹੋਇਆ ਸੀ ਅਤੇ ਬੁੱਧ ਧਰਮ ਦੇ ਵਿੱਚ ਸ਼ਾਮਲ ਹੋ ਗਿਆ ਸੀ। ਅਕਸਰ ਕੁਐਸਚਨ ਇਹ ਵੀ ਪੁੱਛਿਆ ਜਾਂਦਾ ਕਿ ਅਸ਼ੋਕ ਨੇ ਅਖੀਰ ਦੇ ਵਿੱਚ ਕਿਹੜਾ ਧਰਮ ਅਪਣਾਇਆ ਸੀ? ਤਾਂ ਬੁੱਧ ਧਰਮ। ਅਤੇ ਉਪਗੁਪਤ ਭਿਕਸ਼ੂ ਸੀਗੇ, ਉਹਨਾਂ ਤੋਂ ਇਹ ਪ੍ਰਭਾਵਿਤ ਹੋਇਆ ਸੀ, ਜਿਸ ਕਰਕੇ ਬੁੱਧ ਧਰਮ ਦੇ ਵਿੱਚ ਰਾਜਾ ਅਸ਼ੋਕ ਸੀ ਜਿਹੜਾ ਉਹ ਸ਼ਾਮਲ ਹੋ ਗਿਆ ਸੀ। ਅਗਲਾ ਪ੍ਰਸ਼ਨ ਵੀ ਮਹੱਤਵਪੂਰਨ ਹੈ। ਅਸ਼ੋਕ ਦਾ ਧੰਮ ਕੀ ਸੀ? ਨੈਤਿਕਤਾ ਸੰਬੰਧੀ ਨਿਯਮਾਂ ਦਾ ਸੰਗ੍ਰਹਿ, ਧਰਮ ਦੀਆਂ ਯਾਤਰਾਵਾਂ ਦਾ ਵਰਣਨ, ਜੈਨ ਧਰਮ ਦੀ ਵਿਆਖਿਆ ਜਾਂ ਹਿੰਦੂ ਧਰਮ ਦੀ ਵਿਆਖਿਆ। ਤਾਂ ਜਿਹੜਾ ਅਸ਼ੋਕ ਦਾ ਧੰਮ ਸੀ ਉਹ ਨੈਤਿਕਤਾ ਸੰਬੰਧੀ ਨਿਯਮਾਂ ਦਾ ਸੰਗ੍ਰਹਿ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਕਿੱਥੇ ਭੇਜਿਆ ਸੀ? ਸੋ ਪੁੱਤਰ ਅਤੇ ਪੁੱਤਰੀ ਦੇ ਨਾਮ 'ਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਪੁੱਤਰ ਦਾ ਨਾਮ ਮਹਿੰਦਰ ਸੀ, ਪੁੱਤਰੀ ਦਾ ਨਾਮ ਸੰਘਮਿੱਤਰਾ ਸੀ, ਅਤੇ ਇਹਨਾਂ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਕਿਹੜੀ ਜਗ੍ਹਾ ਭੇਜਿਆ ਸੀ? ਪਾਟਲੀਪੁੱਤਰ, ਸ਼੍ਰੀਲੰਕਾ, ਬਰਮਾ ਜਾਂ ਫਿਰ ਤਿੱਬਤ ਦੇ ਵਿੱਚ। ਤਾਂ ਇਹਨਾਂ ਨੂੰ ਭੇਜਿਆ ਸੀਗਾ ਜੀ ਸ਼੍ਰੀਲੰਕਾ ਦੇ ਵਿੱਚ। ਰਾਜੇ ਅਸ਼ੋਕ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਵਾਸਤੇ ਸ਼੍ਰੀਲੰਕਾ ਦੇ ਵਿੱਚ ਭੇਜਿਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੌਰੀਆ ਕਾਲ ਦੇ ਸਮੇਂ ਬਣੇ ਸਤੰਭਾਂ 'ਤੇ ਕਿਸ ਦੀ ਮੂਰਤੀ ਨਹੀਂ ਹੈ? ਬਲਦ, ਸ਼ੇਰ, ਘੋੜਾ ਜਾਂ ਫਿਰ ਹਾਥੀ ਦੀ। ਤਾਂ ਮੌਰੀਆ ਕਾਲ ਦੇ ਸਮੇਂ ਜਿਹੜੇ ਸਤੰਭ ਬਣੇ ਸੀ ਤਾਂ ਇਹਨਾਂ 'ਤੇ ਜਿਹੜਾ ਘੋੜੇ ਦੀ ਮੂਰਤੀ ਨਹੀਂ ਹੈ, ਬਾਕੀਆਂ ਦੀ ਮੂਰਤੀ ਹੈਗੀ ਆ, ਬਲਦ ਦੀ ਵੀ ਹੈਗੀ ਆ, ਸ਼ੇਰ ਦੀ ਵੀ, ਹਾਥੀ ਦੀ ਵੀ ਹੈ, ਪਰ ਘੋੜੇ ਦੀ ਮੂਰਤੀ ਨਹੀਂ ਹੈ, ਜੋ ਮੌਰੀਆ ਕਾਲ ਦੇ ਸਮੇਂ ਸਤੰਭ ਸੀ ਜਿਹੜੇ ਉਹ ਬਣੇ ਸੀ। ਸਾਰਨਾਥ ਤੋਂ ਰਾਸ਼ਟਰੀ ਚਿੰਨ੍ਹ ਦੇ ਤੌਰ 'ਤੇ ਲਈ ਗਈ ਮੂਰਤੀ 'ਤੇ ਕਿੰਨੇ ਸ਼ੇਰ ਦੀਆਂ ਮੂਰਤੀਆਂ ਨੇ? 2, 3, 4 ਜਾਂ ਫਿਰ 5। ਤਾਂ ਜੋ ਸਾਰਨਾਥ ਤੋਂ ਰਾਸ਼ਟਰੀ ਚਿੰਨ੍ਹ ਲਿਆ ਤਾਂ ਇਹ 'ਤੇ ਸ਼ੇਰ ਦੀਆਂ ਜਿਹੜੀਆਂ ਮੂਰਤੀਆਂ ਨੇ ਉਹ 4 ਨੇ। ਆਪਸ਼ਨ ਈਡੀ। ਤਾਂ ਰਾਸ਼ਟਰੀ ਚਿੰਨ੍ਹ ਕਿੱਥੋਂ ਲਿਆ ਗਿਆ ਹੈ? ਇਹ ਵੀ ਪੁੱਛ ਲਿਆ ਜਾਂਦਾ ਤਾਂ ਸਾਰਨਾਥ ਤੋਂ। ਅਤੇ ਸ਼ੇਰ ਦੀਆਂ ਮੂਰਤੀਆਂ ਗਿਣਤੀ ਦੇ ਵਿੱਚ ਕਿੰਨੀਆਂ ਨੇ? ਤਾਂ ਉਹ 4 ਨੇ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਮੌਰੀਆ ਸਾਮਰਾਜ ਦਾ ਆਖਰੀ ਸਮਰਾਟ ਕੌਣ ਸੀ? ਅਸ਼ੋਕ, ਬ੍ਰਹਦਰਥ, ਪੁਸ਼ਯਮਿੱਤਰ ਜਾਂ ਫਿਰ ਕਨਿਸ਼ਕ। ਤਾਂ ਮੌਰੀਆ ਸਾਮਰਾਜ ਦਾ ਆਖਰੀ ਸਮਰਾਟ ਸੀ ਜਿਹੜਾ ਬ੍ਰਹਦਰਥ ਸੀਗਾ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਪੁਸ਼ਯਮਿੱਤਰ ਨੇ ਬ੍ਰਹਦਰਥ ਨੂੰ ਮਾਰ ਕੇ 184 ਈਸਵੀ ਪੂਰਵ ਵਿੱਚ ਕਿਸ ਵੰਸ਼ ਦੀ ਨੀਂਹ ਰੱਖੀ ਸੀ? ਕੁਸ਼ਾਣ, ਹੂਣ, ਸੁੰਗ ਜਾਂ ਫਿਰ ਗੁਪਤ ਵੰਸ਼ ਦੀ। ਤਾਂ ਇਹ ਨੀਂਹ ਰੱਖੀ ਸੀ ਜੀ ਸੁੰਗ ਵੰਸ਼ ਦੀ। ਪੁਸ਼ਯਮਿੱਤਰ ਨੇ ਬ੍ਰਹਦਰਥ ਨੂੰ ਮਾਰ ਕੇ। ਬ੍ਰਹਦਰਥ ਕੌਣ ਸੀਗਾ? ਮੌਰੀਆ ਸਾਮਰਾਜ ਦਾ ਆਖਰੀ ਸਮਰਾਟ। 64 ਨੰਬਰ ਕੁਐਸਚਨ ਆਪਾਂ ਪੜ੍ਹ ਕੇ ਆਏ ਹਾਂ। ਤਾਂ ਪੁਸ਼ਯਮਿੱਤਰ ਨੇ ਇਸ ਨੂੰ ਮਾਰ ਕੇ 184 ਈਸਵੀ ਪੂਰਵ ਦੇ ਵਿੱਚ ਸੁੰਗ ਵੰਸ਼ ਦੀ ਨੀਂਹ ਹੈ ਜਿਹੜੀ ਰੱਖੀ ਸੀ ਅਤੇ ਮੌਰੀਆ ਸਾਮਰਾਜ ਜਿਹੜਾ ਖਤਮ ਹੋ ਗਿਆ ਸੀ। ਤਾਂ ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਮੌਰੀਆ ਵੰਸ਼ ਦੇ ਤੁਰੰਤ ਬਾਅਦ ਕਿਸ ਵੰਸ਼ ਨੇ ਮਗਧ ਰਾਜ ਉੱਪਰ ਸ਼ਾਸਨ ਕੀਤਾ ਸੀ? ਤਾਂ ਇਸੇ 'ਚੋਂ ਕੁਐਸਚਨ ਨਿਕਲ ਕੇ ਆਇਆ। ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਕਿਹੜਾ ਵੰਸ਼ ਸੀਗਾ? ਨੰਦ ਵੰਸ਼, ਸੁੰਗ ਵੰਸ਼, ਕੁਸ਼ਾਣ ਜਾਂ ਸਤਵਾਹਨ। ਤਾਂ ਇਹ ਵੰਸ਼ ਸੀਗਾ ਜੀ ਆਪਸ਼ਨ ਆੜਾ ਸੁੰਗ ਵੰਸ਼। ਮੌਰੀਆ ਵੰਸ਼ ਦੇ ਤੁਰੰਤ ਬਾਅਦ ਜਿਹੜਾ ਅਗਲਾ ਵੰਸ਼ ਸੀਗਾ ਅਤੇ ਮਗਧ 'ਤੇ ਰਾਜ ਕੀਤਾ ਸੀ, ਸ਼ਾਸਨ ਕੀਤਾ ਸੀ, ਉਹ ਸੁੰਗ ਵੰਸ਼ ਸੀਗਾ। ਅਗਲਾ ਪ੍ਰਸ਼ਨ ਹੈ, ਅਸ਼ੋਕ ਦਾ ਉੱਤਰਾਧਿਕਾਰੀ ਕੌਣ ਸੀ? ਦਸ਼ਰਥ, ਰਾਹੁਲ, ਬਿੰਬੀਸਾਰ ਜਾਂ ਫਿਰ ਅਜਾਤ ਸ਼ਤਰੂ। ਤਾਂ ਰਾਜੇ ਅਸ਼ੋਕ ਦਾ ਜਿਹੜਾ ਉੱਤਰਾਧਿਕਾਰੀ ਸੀ ਉਹ ਦਸ਼ਰਥ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੌਰੀਆ ਕਾਲ ਵਿੱਚ ਪ੍ਰਚਲਿਤ ਮੁਦਰਾ ਦਾ ਕੀ ਨਾਮ ਸੀ? ਮੌਰੀਆ ਕਾਲ ਸਮੇਂ ਕਿਹੜੀ ਮੁਦਰਾ ਪ੍ਰਚਲਿਤ ਸੀ, ਚੱਲਦੀ ਸੀ? ਦਿਨਾਰ, ਤੋਲ, ਪਣ ਜਾਂ ਰੁਪਈਆ।
ਤਾਂ ਉਸ ਸਮੇਂ ਪ੍ਰਚਲਿਤ ਮੁਦਰਾ ਸੀ ਮੌਰੀਆ ਕਾਲ ਦੇ ਸਮੇਂ ਪਣ ਸੀ। ਆਪਸ਼ਨ ਈ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੌਰੀਆ ਕਾਲ ਦੇ ਦੌਰਾਨ ਸਿੱਖਿਆ ਦਾ ਸਭ ਤੋਂ ਪ੍ਰਸਿੱਧ ਕੇਂਦਰ ਕਿਹੜਾ ਸੀ? ਵੱਲਵੀ, ਨਾਲੰਦਾ, ਉਜੈਨ ਜਾਂ ਫਿਰ ਤਕਸ਼ਿਲਾ। ਤਾਂ ਮੌਰੀਆ ਕਾਲ ਦੇ ਸਮੇਂ ਸਿੱਖਿਆ ਦਾ ਸਭ ਤੋਂ ਪ੍ਰਸਿੱਧ ਕੇਂਦਰ ਸੀ ਜਿਹੜਾ ਉਹ ਤਕਸ਼ਿਲਾ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੌਰੀਆ ਕਾਲ ਵਿੱਚ ਪ੍ਰਚਲਿਤ ਸੋਨੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? ਪਣ, ਮਾਸ਼ਕ, ਸਵਰਨ ਜਾਂ ਫਿਰ ਰੁਪਈਆ। ਤਾਂ ਜੋ ਸੋਨੇ ਦਾ ਸਿੱਕਾ ਸੀ ਮੌਰੀਆ ਕਾਲ ਦੇ ਵਿੱਚ ਪ੍ਰਚਲਿਤ ਸੀਗਾ ਤਾਂ ਉਸ ਨੂੰ ਸਵਰਨ ਹੈ ਜਿਹੜਾ ਕਿਹਾ ਜਾਂਦਾ ਸੀ ਸੋਨੇ ਦੇ ਸਿੱਕੇ ਨੂੰ। ਆਪਸ਼ਨ ਈ ਸਾਡਾ ਰਾਈਟ ਆਨਸਰ ਆਏਗਾ। ਮੌਰੀਆ ਕਾਲ ਵਿੱਚ ਪ੍ਰਚਲਿਤ ਤਾਂਬੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ? ਪਣ, ਮਾਸ਼ਕ, ਸਵਰਨ ਜਾਂ ਫਿਰ ਰੁਪਈਆ। ਤਾਂ ਸਵਰਨ ਆਨਸਰ ਤਾਂ ਨਹੀਂ ਆਏਗਾ, ਪਣ ਵੀ ਨਹੀਂ ਆਏਗਾ, ਇਹਨਾਂ ਦੋਨਾਂ 'ਚੋਂ ਆਏਗਾ। ਤਾਂ ਮਾਸ਼ਕ ਆ ਜਿਹੜਾ ਤਾਂਬੇ ਦੇ ਸਿੱਕੇ ਨੂੰ ਕਿਹਾ ਜਾਂਦਾ ਸੀ। ਸੋ ਤਾਂਬੇ ਦਾ ਸਿੱਕਾ ਵੀ ਪੁੱਛਿਆ ਜਾ ਸਕਦਾ ਹੈ, ਸੋਨੇ ਦਾ ਸਿੱਕਾ ਵੀ ਪੁੱਛਿਆ ਜਾ ਸਕਦਾ ਹੈ। ਸਿੱਖਿਆ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਸੀ ਕਿਹੜਾ ਸੀਗਾ ਉਹ ਵੀ ਪੁੱਛਿਆ ਜਾ ਸਕਦਾ ਹੈ। ਮੁਦਰਾ 'ਤੇ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ। ਇਹਨਾਂ ਚਾਰਾਂ ਕੁਐਸਚਨ 'ਚੋਂ ਕੋਈ ਵੀ ਕੁਐਸਚਨ ਜਿਹੜਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਮੁਦਰਾ 'ਤੇ ਆ ਜੇ, ਸਿੱਖਿਆ ਤਾਂ ਆਉਂਦਾ ਹੀ ਆਉਂਦਾ ਹੈ, ਸੋਨੇ ਦੇ ਸਿੱਕੇ 'ਤੇ ਆ ਜੇ, ਤਾਂਬੇ ਦੇ ਸਿੱਕੇ 'ਤੇ ਆ ਜੇ। ਤਾਂ ਇਹਨਾਂ 'ਚੋਂ ਜ਼ਰੂਰ ਇੱਕ ਕੁਐਸਚਨ ਤੁਹਾਡੇ ਤੋਂ ਜਿਹੜਾ ਪੁੱਛਿਆ ਜਾਏਗਾ। ਅੱਗੇ ਸਾਰਨੀ ਹੈ ਜੀ, ਸਹੀ ਮਿਲਾਨ ਕਰਨੇ ਨੇ। ਤਾਂ ਇਹਦਾ ਸਹੀ ਮਿਲਾਨ ਤੁਹਾਡੇ ਸਾਹਮਣੇ ਹੈ। ਆਪਸ਼ਨ ਊੜਾ, ਸਮਹਰਤਾ ਕਿਸ ਨੂੰ ਕਿਹਾ ਜਾਂਦਾ ਸੀਗਾ? ਜੋ ਵਿੱਤ ਮਾਮਲੇ ਦਾ ਮੰਤਰੀ ਸੀ। ਸੰਨਿਦਾਤਾ ਖਜ਼ਾਨਾ ਮੰਤਰੀ ਨੂੰ। ਦਵਾਰਿਕ ਰਾਜ ਮਹਿਲ ਦੇ ਕੰਮਾਂ ਦਾ ਮੰਤਰੀ ਹੁੰਦਾ ਸੀ। ਅੰਤਪਾਲ ਸੀਮਾਂਤ ਪ੍ਰਦੇਸ਼ਾਂ ਦੇ ਵਿੱਚ ਬਣੇ ਕਿਲ੍ਹਿਆਂ ਦਾ ਮੰਤਰੀ ਹੁੰਦਾ ਸੀ। ਸੋ ਵਿਭਾਗਾਂ ਨਾਲ ਸੰਬੰਧਿਤ ਮੰਤਰੀਆਂ ਦਾ ਜਿਹੜਾ ਮਿਲਾਨ ਹੈ। ਸੋ ਕਈ ਵਾਰ ਇਹ ਸਾਰਨੀ ਵੀ ਬਣਾ ਕੇ ਦੇ ਦਿੰਦੇ ਹੈ ਜਾਂ ਫਿਰ ਇਕੱਲਾ ਇਕੱਲਾ ਕੁਐਸਚਨ ਜਿਹੜਾ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਚੰਦਰਗੁਪਤ ਮੌਰੀਆ ਨੇ ਆਪਣੇ ਸਾਮਰਾਜ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ? 3, 4, 5 ਜਾਂ ਫਿਰ 7 ਭਾਗਾਂ ਦੇ ਵਿੱਚ। ਤਾਂ ਚੰਦਰਗੁਪਤ ਮੌਰੀਆ ਨੇ ਆਪਣੇ ਸਾਮਰਾਜ ਨੂੰ ਜਿਹੜਾ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਕਲਿੰਗ ਪ੍ਰਾਂਤ ਦੀ ਰਾਜਧਾਨੀ ਕਿਸ ਨੂੰ ਬਣਾਇਆ ਗਿਆ ਸੀ? ਟੈਕਸ਼ਿਲਾ, ਉਜੈਨ, ਸਵਰਨਗਿਰੀ ਜਾਂ ਫਿਰ ਤੋਸ਼ਾਲੀ ਨੂੰ। ਤਾਂ ਜੋ ਕਲਿੰਗ ਸੀ ਅਸ਼ੋਕ ਦੇ ਦੁਆਰਾ ਜਿੱਤਿਆ ਗਿਆ ਸੀ। ਤਾਂ ਇਸ ਪ੍ਰਾਂਤ ਦੀ ਜਿਹੜੀ ਰਾਜਧਾਨੀ ਸੀ ਉਹ ਤੋਸ਼ਾਲੀ ਨੂੰ ਬਣਾਇਆ ਗਿਆ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅੱਗੇ ਫਿਰ ਸਾਰਨੀ ਹੈ, ਸਹੀ ਮਿਲਾਨ ਕਰਨੇ ਹੈ। ਰਾਜਧਾਨੀਆਂ ਨੇ ਉੱਤਰ ਪੱਛਮੀ ਪ੍ਰਾਂਤ ਦੀ ਰਾਜਧਾਨੀ ਟੈਕਸ਼ਿਲਾ ਸੀ। ਪੱਛਮੀ ਪ੍ਰਾਂਤ ਦੀ ਰਾਜਧਾਨੀ ਉਜੈਨ ਸੀ। ਦੱਖਣੀ ਪ੍ਰਾਂਤ ਦੀ ਰਾਜਧਾਨੀ ਸੁਵਰਨਗਿਰੀ ਸੀ ਅਤੇ ਕਲਿੰਗ ਦੀ ਰਾਜਧਾਨੀ ਤੋਸ਼ਾਲੀ ਸੀ, ਜੋ ਆਪਾਂ ਹੁਣੇ ਉੱਪਰ ਪ੍ਰਸ਼ਨ ਨੰਬਰ 74 ਕਰਕੇ ਆਏ ਹਾਂ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਇਸੇ ਟੌਪਿਕ 'ਤੇ ਜਿੰਨੇ ਵੀ ਪ੍ਰਸ਼ਨ ਉੱਤਰ ਬਣਦੇ ਹੈ ਟੌਪਿਕ ਦੇ ਵਾਈਜ਼ ਸਾਰੇ MCQ ਪ੍ਰਸ਼ਨ ਉੱਤਰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅנס ਆਪਣੇ ਨਾਲ ਜੁੜ ਸਕੇ, ਕਿਉਂਕਿ ਬਿਲਕੁਲ ਫ੍ਰੀ ਕਲਾਸਾਂ ਹੁੰਦੀਆਂ ਨੇ। ਬਾਕੀ PDF ਨੋਟਿਸ ਨੂੰ ਲੈ ਕੇ ਕਾਫੀ ਕਮੈਂਟ ਆਉਂਦੇ ਹੈ। ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਾਈਟ ਦਾ ਜਿਹੜਾ ਲਿੰਕ ਦਿੱਤਾ ਗਿਆ ਤਾਂ ਉਸ ਲਿੰਕ 'ਤੇ ਕਲਿੱਕ ਕਰ ਲਿਓ ਤਾਂ ਅੱਗੇ ਸਾਈਟ ਓਪਨ ਹੋ ਜਾਏਗੀ। ਜਿਸ ਵੀ ਸਬਜੈਕਟ ਦੇ ਜਿਸ ਵੀ ਟੌਪਿਕ 'ਤੇ ਤੁਹਾਨੂੰ PDF ਨੋਟਿਸ ਜਿਹੜੇ ਚਾਹੀਦੇ ਹੈ ਉਹ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਆਪਣੇ ਆਪ PDF ਡਾਊਨਲੋਡ ਹੈ ਜਿਹੜੀ ਹੋ ਜਾਏਗੀ। ਸੋ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਜਾਂ ਫਿਰ ਇੰਸਟਾਗ੍ਰਾਮ ਪੇਜ ਦੀ ਸਟੋਰੀ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ। ਜੋ ਵੀ ਇੰਸਟਾਗ੍ਰਾਮ ਪੇਜ 'ਤੇ ਸਾਡੇ ਨਾਲ ਐਡ ਨੇ ਤਾਂ ਉੱਥੇ ਸਟੋਰੀ ਵਿੱਚ ਜਾ ਕੇ ਲਿੰਕ ਓਪਨ ਕਰ ਸਕਦੇ ਆ ਅਤੇ ਉੱਥੋਂ PDF ਨੋਟਿਸ ਜਿਹੜੇ ਡਾਊਨਲੋਡ ਕਰ ਸਕਦੇ ਆ। ਚੈਨਲ ਦੀ ਕਮਿਊਨਿਟੀ ਟੈਬ ਦੇ ਵਿੱਚ ਵੀ ਤੁਹਾਨੂੰ ਇਹ ਲਿੰਕ ਮਿਲ ਜਾਏਗਾ। ਸੋ ਅੱਜ ਹੀ ਲਿੰਕ ਹੈ ਜਿਹੜਾ ਇਹ ਸ਼ੇਅਰ ਕੀਤਾ ਗਿਆ। ਸੋ ਉੱਥੇ ਜਾ ਕੇ ਤੁਸੀਂ ਅਗਰ ਕਈ ਵਾਰ ਸਾਈਟ ਓਪਨ ਨਹੀਂ ਹੁੰਦੀ ਤਾਂ ਬੈਕ ਟੂ ਹੋਮ ਪੇਜ ਦੀ ਆਪਸ਼ਨ ਹੁੰਦੀ ਹੈ, ਉਸ 'ਤੇ ਕਲਿੱਕ ਕਰ ਲਿਓ ਤਾਂ ਤੁਹਾਨੂੰ ਮੇਨ ਪੇਜ 'ਤੇ ਸਾਈਟ ਦੇ 'ਤੇ ਜਿਹੜਾ ਉਹ ਲਿੰਕ ਹੈ ਉਹ ਲੈ ਜਾਏਗਾ। ਸੋ ਕਈ ਵਾਰ ਐਰਰ ਆ ਜਾਂਦਾ ਹੈ, ਉਹ ਤਕਨੀਕੀ ਕਾਰਨਾਂ ਕਰਕੇ ਆਉਂਦਾ ਹੈ। ਐਰਰ ਤੋਂ ਜਦੋਂ ਤੁਹਾਡੇ ਕੋਲ ਸ਼ੋ ਹੋਏਗਾ ਕਿ ਐਰਰ ਹੈ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਤਾਂ ਥੋੜ੍ਹਾ ਸਕਰੋਲ ਕਰ ਲਿਓ ਉੱਪਰ ਨੂੰ
ਤਾਂ ਨੀਚੇ ਬੈਕ ਟੂ ਹੋਮ ਦੀ ਆਪਸ਼ਨ ਹੁੰਦੀ ਹੈ, ਤਾਂ ਉਸ 'ਤੇ ਕਲਿੱਕ ਕਰ ਲਿਓ ਤਾਂ ਸਾਈਟ ਹੈ ਜਿਹੜੀ ਓਪਨ ਹੋ ਜਾਏਗੀ ਅਤੇ ਸਾਰੇ ਤੁਹਾਨੂੰ ਜਿਹੜੇ ਨੋਟਿਸ ਹੈ PDF ਉਹ ਸਾਰੇ ਸ਼ੋ ਹੋ ਜਾਣਗੇ। ਜਿਸ ਵੀ ਟੌਪਿਕ 'ਤੇ ਤੁਸੀਂ ਡਾਊਨਲੋਡ ਕਰਨੇ ਹੋ ਕਰ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।